कि महिला कितनी कुछ सुरक्षित है इस वेले भारत दे विच बहुत चिंता का विषय है। सो जो हुण दे हालात हैगे आ ये कल्ली महिला दा नहीं, ये माइनॉरिटीज़ दा, ये वो वाले सारे ही वर्गां दा जिहड़े कि किते ना किते सेंट्रल गवर्नमेंट दियां पॉलिसीज़ दे अगेंस्ट किते आवाज़ां ना उठ जाण। चाहे वो मणिपुर की गल करिए जां भारत की गल करिए, वो कैबिनेट दे विच हैगियां ने, मिनिस्टर हैगियां ने, पर उन्हां दी चुप्पी इस मामले ते उन्हां दी चुप्पी सवालों तो बचना बहुत वड्डे सवाल खड़ी करती है कि औरत के उपर एडा वड्डा जुल्म होया होवे और अपनी सियासत के खातर आपां चुप रहीए। सो तुसी देखिया होएगा समृति ईरानी या बाकी जिहड़ी अपने उमा भारती है या बाकी जिहड़ियां हैगियां साध्वी प्रज्ञा जिहड़ी हैगी है, ये कित्थे है इस टाइम? ਜਦੋਂ ਇਹਨਾਂ ਨੇ ਕਿਸੇ ਜਾਨਵਰ ਦੀ ਰੱਖਿਆ ਕਰਨੀ ਹੁੰਦੀ ਹੈ ਉਸ ਟਾਈਮ ਤਾਂ ਇਹ ਦੌੜਦੇ ਆ ਤੇ ਇਹਨਾਂ ਨੂੰ ਇਨਸਾਨ ਇਹਨਾਂ ਦੇ ਲਈ ਕੋਈ ਮੈਟਰ ਨਹੀਂ ਕਰਦੇ ਹੈਗੇ, ਇਹਨਾਂ ਦੇ ਲਈ ਇੱਕ ਔਰਤ ਕੋਈ ਮੈਟਰ ਨਹੀਂ ਕਰਦੀ ਹੈਗੀ। ਪਹਿਲੇ ਤੇ ਸਮ੍ਰਿਤੀ ਈਰਾਨੀ ਚੂੜੀਆਂ ਪਾਉਂਦੀ ਹੁੰਦੀ ਸੀ ਨਾ ਪ੍ਰਧਾਨ ਮੰਤਰੀ ਨੂੰ, ਹੁਣ ਮੋਦੀ ਕਿੱਥੇ ਹੈ ਤੇ ਅਮਿਤ ਸ਼ਾਹ ਕਿੱਥੇ ਹੈ, ਬਾਕੀ ਇਹਨਾਂ ਦੀ ਜਿਹੜੀ ਟੀਮ ਹੈਗੀ ਹੈ ਇਹ ਕਿੱਥੇ ਹੈਗੀ ਹੈ? ਇਹਨਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਜੇ ਇਹ ਇੰਨਾ ਹੀ। ਇਹਦੇ ਵਿੱਚ ਕੁਝ ਬਹੁਤ ਜ਼ਿਆਦਾ ਤਾਂ ਮੈਂ ਖੈਰ ਨਹੀਂ ਕਹੂੰਗੀ, ਬਟ ਮੈਂ ਇੱਕ ਔਰਤ ਹੋਣ ਦੇ ਨਾਤੇ ਔਰ ਇੱਕ ਐਡਵੋਕੇਟ ਹੋਣ ਦੇ ਨਾਤੇ ਇਹ ਹੀ ਕਹੂੰਗੀ ਕਿ ਜੋ ਵੀ ਹੋਇਆ ਹੈਗਾ ਆ ਇਹ ਬਹੁਤ ਹੀ ਮੰਦਭਾਗਾ ਹੋਇਆ ਆ ਔਰ ਇੱਕ ਤਰ੍ਹਾਂ ਦਾ ਇਹ ਨੇਸ਼ਨ ਤੇ ਜਿਹੜਾ ਸਟਿਗਮਾ ਲੱਗਦੀ ਆ। और कहते सी मोदी ने वाकई ही कहा कि पहले इंडिया नूं कोई जानदा, भारत नूं कोई जानदा ही नहीं सी। मैं सच्ची कहनी हाँ, वाकई भारत नूं कोई जानदा नहीं सी। आ मणिपुर के इंसीडेंट तो बाद विच भारत नूं लोग जानन लग पे कि हाँ वो कांग्रेस किहड़ा दुध धोती हैगी, ਉਹਦੇ राज विच भी बहुत कुछ होया। 84 ਦੇ दंगे ला लो, 84 ਚ ਕੀ ਕੁਝ नहीं ਕੀਤਾ ਗਿਆ ਔਰਤਾਂ ਦੇ ਨਾਲ। ਅਸੀਂ ਹੁਣ ਦੇ ਟਾਈਮ ਨੂੰ ਦੇਖਣਾ ਆ ਕਿ ਐਟ ਪ੍ਰੈਜ਼ੈਂਟ ਕੋਈ ਵੀ ਗਵਰਨਮੈਂਟ ਹੋਵੇ, ਰਾਈਟ, ਉਹ ਕੀ ਕਰ ਰਹੀ ਹੈਗੀ ਹੈ। ਉਸ ਗਵਰਨਮੈਂਟ ਨੇ ਹਾਲੇ ਤੱਕ ਲੀਗਲ ਐਕਸ਼ਨ ਉਹਨਾਂ ਤੇ ਕੀ ਲਿਆ ਹੈਗਾ ਆ। ਮਨੀਪੁਰ ਦੇ ਵਿੱਚ ਹੋਈ ਔਰਤਾਂ ਤੇ ਜ਼ੁਲਮ ਦੀ ਘਟਨਾ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਭਾਵੇਂ ਸਰਕਾਰਾਂ ਇਹ ਦਾਅਵਾ ਕਰਦੀਆਂ ਨੇ ਕਿ ਇਸ ਦੇਸ਼ ਦੇ ਵਿੱਚ ਔਰਤਾਂ ਸੁਰੱਖਿਅਤ ਨੇ, ਮਰਦਾਂ ਅਤੇ ਔਰਤਾਂ ਨੂੰ ਬਰਾਬਰ ਰੱਖਿਆ ਜਾਂਦਾ ਹੈ, ਪਰ ਜੋ ਮਨੀਪੁਰ ਦੇ ਵਿੱਚ ਹੋਇਆ ਉਸਨੇ ਪੂਰੇ ਦੇਸ਼ ਦਾ ਜਿਹੜਾ ਸਿਰ ਹੈ ਉਹ ਪੂਰੀ ਦੁਨੀਆ ਦੇ ਵਿੱਚ ਨੀਵਾਂ ਕਰ ਦਿੱਤਾ। ਇਸ ਘਟਨਾ ਦੇ ਉੱਪਰ ਵੱਖ-ਵੱਖ ਜਥੇਬੰਦੀਆਂ ਵੱਲੋਂ, ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਪ੍ਰਤੀਕਰਮ ਸਾਹਮਣੇ ਜਿਹੜੇ ਆ ਰਹੇ ਨੇ। ਸਾਡੇ ਨਾਲ ਕਾਂਗਰਸੀ ਆਗੂ ਮੈਡਮ ਮਧੂ ਰਚਨਾ ਹੋਣੀ ਨੇ, ਜਿਹੜੇ ਐਡਵੋਕੇਟ ਵੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ, ਕੀ ਭਾਰਤ ਦੇ ਵਿੱਚ ਔਰਤ ਸੁਰੱਖਿਅਤ ਹੈਗੀ ਹੈ? ਸਭ ਤੋਂ ਪਹਿਲੇ ਤਾਂ ਦ ਟੀਵੀ NRI ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਹੀ ਲਿਆ कि महिला कितनी कुछ सुरक्षित है इस वेले भारत दे विच बहुत चिंता का विषय है। जो भारत दे एक इमेज पोर्ट्रे हुई हैगी है पूरे वर्ल्ड लैवल ते कि महिला जिहड़ी सुरक्षित ने टोटली ही असुरक्षित हैगी है। सो जो हुण दे हालात हैगे आ ये कल्ली महिला दा नहीं, ये माइनॉरिटीज़ दा, ये वो वाले सारे ही वर्गां दा जिहड़े कि किते ना किते सेंट्रल गवर्नमेंट दियां पॉलिसीज़ दे अगेंस्ट किते आवाज़ां ना उठ जाण, उन्हां वास्ते ये अलार्मिंग टाइम हैगा आ। सो महिला तां किते भी सुरक्षित नहीं हैगी अजकल। जिस तरह कि मणिपुर दे विच जो भी होया, क्योंकि मणिपुर दे विच भारतीय जनता पार्टी की सरकार आ, देश दे विच भी भारतीय जनता पार्टी की सरकार हैगी, बहुत सारियां जिहड़ियां औरतां ने, ये चाहे वो मणिपुर की गल करिए जां भारत की गल करिए, वो कैबिनेट दे विच हैगियां ने, मिनिस्टर हैगियां ने, पर उन्हां दी चुप्पी इस मामले ते उन्हां दी चुप्पी सवालों तो बचना बहुत वड्डे सवाल खड़ी करती है कि औरत के उपर एडा वड्डा जुल्म होया होवे और अपनी सियासत के खातर आपां चुप रहीए। ਤੁਹਾਡਾ बहुत ही ਜਿਹੜਾ क्वेश्चन है यह बहुत ही संजीदा हैगा आ और ਇਹ ਰਿਫਲੈਕਟ ਕਰ ਰਿਹਾ ਹੈਗਾ ਆ ਜਿਹੜੀ ਪ੍ਰੈਜ਼ੈਂਟ ਜਿਹੜੀ ਸੈਂਟਰਲ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਜਿਹੜੀ ਡਬਲ ਇੰਜਨ ਦੀ ਸਰਕਾਰ ਜਿਹਨੂੰ ਕਿਹਾ ਜਾਂਦਾ ਔਰ ਜਿਹਦਾ ਲਾਰਾ ਇਹਨਾਂ ਨੇ ਸ਼ੁਰੂ ਤੋਂ ਹੀ ਲਾਇਆ ਹੋਇਆ ਡਬਲ ਇੰਜਨ ਦੀ ਸਰਕਾਰ ਦਾ। ਸੋ ਤੁਸੀਂ ਦੇਖਿਆ ਹੋਏਗਾ ਸਮ੍ਰਿਤੀ ਈਰਾਨੀ ਜਾਂ ਬਾਕੀ ਜਿਹੜੀ ਆਪਣੇ ਉਮਾ ਭਾਰਤੀ ਹੈ ਜਾਂ ਬਾਕੀ ਜਿਹੜੀਆਂ ਹੈਗੀਆਂ ਸਾਧਵੀ ਪ੍ਰਗਿਆ ਜਿਹੜੀ ਹੈਗੀ ਹੈ, ਇਹ ਕਿੱਥੇ ਹੈ ਇਸ ਟਾਈਮ? ਜਦੋਂ ਇਹਨਾਂ ਨੇ ਕਿਸੇ ਜਾਨਵਰ ਦੀ ਰੱਖਿਆ ਕਰਨੀ ਹੁੰਦੀ ਹੈ ਉਸ ਟਾਈਮ ਤਾਂ ਇਹ ਦੌੜਦੇ ਆ ਤੇ ਇਹਨਾਂ ਨੂੰ ਇਨਸਾਨ ਇਹਨਾਂ ਦੇ ਲਈ ਕੋਈ ਮੈਟਰ
ਨਹੀਂ ਕਰਦੇ ਹੈਗੇ, ਇਹਨਾਂ ਦੇ ਲਈ ਇੱਕ ਔਰਤ ਕੋਈ ਮੈਟਰ ਨਹੀਂ ਕਰਦੀ ਹੈਗੀ। ਜਦੋਂ ਕੁਝ ਥੋੜੀ ਜਿਹੀ ਵੀ ਕਿਤੇ ਹੈਪਨਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਇਹ ਬੜੀ ਜਲਦੀ ਇਹ ਬਾਹਰ ਨਿਕਲ ਕੇ ਗੱਲਾਂ ਕਰਦੀਆਂ ਹੈਗੀਆਂ ਆ। ਅੱਜ ਪਹਿਲੇ ਤੇ ਸਮ੍ਰਿਤੀ ਇਰਾਨੀ ਚੂੜੀਆਂ ਪਾਉਂਦੀ ਹੁੰਦੀ ਸੀ ਨਾ ਪ੍ਰਧਾਨ ਮੰਤਰੀ ਨੂੰ, ਹੁਣ ਮੋਦੀ ਕਿੱਥੇ ਹੈ ਤੇ ਅਮਿਤ ਸ਼ਾਹ ਕਿੱਥੇ ਹੈ, ਬਾਕੀ ਇਹਨਾਂ ਦੀ ਜਿਹੜੀ ਟੀਮ ਹੈਗੀ ਹੈ ਇਹ ਕਿੱਥੇ ਹੈਗੀ ਹੈ। ਇਹਨਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਜੇ ਇਹ ਇੰਨਾ ਹੀ, ਬਟ ਚੂੜੀਆਂ ਦਾ ਵੀ ਮਤਲਬ ਇਹ ਨਹੀਂ ਹੈ। ਇਹ ਸਿਰਫ ਇਸ ਸੰਦਰਭ ਦੇ ਵਿੱਚ ਮੈਂ ਕਹਿ ਰਹੀ ਹੈਗੀ ਆ ਕਿਉਂਕਿ ਇਹ ਹੀ ਬਿਆਨ ਸਮ੍ਰਿਤੀ ਇਰਾਨੀ ਦਾ ਤਕਰੀਬਨ ਅੱਜ ਤੋਂ 11 ਸਾਲ ਪਹਿਲੇ ਸੀਗਾ ਕਿ ਹਾਂ ਅਗਰ ਤੁਹਾਡੇ ਤੋਂ ਦੇਸ਼ ਨਹੀਂ ਸੰਭਲਦਾ ਹੈਗਾ ਤੁਸੀਂ ਆਹ ਚੂੜੀਆਂ ਪਾ ਲਓ। ਚੂੜੀਆਂ ਪਾਉਣਾ ਕੋਈ ਗੁਨਾਹ ਨਹੀਂ ਹੈ, ਬਟ ਹਾਂ ਤੁਸੀਂ ਕਿਤੇ ਨਾ ਕਿਤੇ ਇੱਕ ਇਹ ਚੀਜ਼ਾਂ ਸੈਂਸਿਟਿਵ ਹੁੰਦੀਆਂ ਹੈਗੀਆਂ ਆ, ਇਹ ਰਿਫਲੈਕਟ ਫੈਮਿਨਿਜ਼ਮ ਨੂੰ ਕਰਦੀਆਂ ਹੈਗੀਆਂ ਆ। ਸੋ ਤੁਸੀਂ ਉਹਨਾਂ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਵੀ ਨਹੀਂ ਲਿਆ ਸਕਦੇ ਹੈਗੇ। ਜੋ ਹੁਣ ਹਾਲਾਤ ਦੇਖੇ ਜਾ ਰਹੇ ਹੈਗੇ ਆ, ਇਹ ਜਿਹੜੇ ਮਨੀਪੁਰ ਦੇ ਹੀ ਇਕੱਲੇ ਹਾਲਾਤ ਨਹੀਂ ਹੈ, ਇਹ ਹੀ ਇੱਕ ਇਨਸੀਡੈਂਟ ਇਸ ਤਰ੍ਹਾਂ ਦਾ ਹੋਇਆ ਹੋਵੇ ਕਿ ਸਿਰਫ ਇਹ ਮਨੀਪੁਰ ਦੇ ਵਿੱਚ ਹੀ ਹੋਇਆ। ਮਨੀਪੁਰ ਦੇ ਵਿੱਚ ਇਹ ਨੰਬਰੇਬਲ ਹੁੰਦੇ ਹੈਗੇ ਇਨਸੀਡੈਂਟ, ਔਰ ਉਹਦੇ ਨਾਲ ਦੇ ਤੁਹਾਨੂੰ ਸ਼ਾਇਦ ਯਾਦ ਹੋਏਗਾ ਅੱਜ ਤੋਂ 2 ਸਾਲ ਪਹਿਲੇ ਵੀ ਇਸ ਤਰ੍ਹਾਂ ਦਾ ਤਕਰੀਬਨ ਇਨਸੀਡੈਂਟ ਹੋਇਆ ਸੀਗਾ, ਔਰ ਉਸ ਇਨਸੀਡੈਂਟ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀਆਂ 2 ਵਿਮਨ ਸੀਗੀਆਂ ਉਹਨਾਂ ਨੂੰ ਨੇਕਡ ਪਰੇਡ ਕਰਵਾਈ ਗਈ ਸੀ ਔਰ ਉਹ ਮਾਰਕੀਟ ਦੇ ਵਿੱਚ ਉਹਨਾਂ ਦਾ ਕਰਵਾਇਆ, ਬਟ ਉਹ 1-2 ਦਿਨ ਦੇ ਵਿੱਚ ਹੀ ਲੀਗਲ ਐਕਸ਼ਨ ਉੱਥੇ ਲੈ ਲਿਆ ਗਿਆ। ਬਟ ਇੱਥੇ 4 ਮਈ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਕਿ ਜਦੋਂ ਤੱਕ ਮੀਡੀਆ ਦੇ ਵਿੱਚ ਆਈ ਨਹੀਂ ਹੈਗੀ ਇਹ ਚੀਜ਼, ਸੋਸ਼ਲ ਮੀਡੀਆ ਨੇ ਹਾਈਲਾਈਟ ਨਹੀਂ ਕੀਤੀ ਵੀਡੀਓ, ਜਦ ਤੱਕ ਇਹ ਵਾਇਰਲ ਨਹੀਂ ਹੋਈ ਹੈਗੀ ਉਸ ਟਾਈਮ ਤੱਕ ਸਰਕਾਰ ਨੇ ਆਪਣੀ ਬਣਦੀ ਕਾਰਵਾਈ ਕੋਈ ਨਹੀਂ ਕੀਤੀ ਹੈਗੀ। ਸੋ ਬਹੁਤ ਹੀ ਸੋਚਣ ਵਿਚਾਰਨੇ ਦੇ ਇਹ ਲੋਕਾਂ ਵਾਸਤੇ ਗੱਲ ਹੈਗੀ ਹੈ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਟੋਟਲ ਫੇਲਿਅਰ ਹੈਗੀ ਆ। ਲੋਕਾਂ ਨੂੰ ਆਪਣੇ ਜਿਹੜੇ ਹੱਕ ਹੈਗੇ ਆ ਔਰ ਉਹਨਾਂ ਦੇ ਜਿਹੜੇ ਅਧਿਕਾਰ ਹੈਗੇ ਆ ਉਹਨਾਂ ਦੇ ਲਈ ਆਪ ਸੁਚੇਤ ਰਹਿਣਾ ਪਏਗਾ ਔਰ ਉਹਨਾਂ ਚੀਜ਼ਾਂ ਦੇ ਲਈ ਆਪ ਹੀ ਫਾਈਟ ਕਰਨਾ ਪਏਗਾ। ਜੇ ਤੁਹਾਡੇ ਹੱਕ ਖੋ ਰਿਹਾ ਹੈਗਾ ਆ ਕੋਈ, ਤੇ ਤੁਹਾਨੂੰ ਪੂਰਾ ਰਾਈਟ ਹੈਗਾ ਆ ਉਹਨਾਂ ਦੇ ਨਾਲ ਲੜਨੇ ਦਾ ਔਰ ਉਹਨਾਂ ਨੂੰ ਇਹ ਅਹਿਸਾਸ ਕਰਵਾਉਣੇ ਦਾ ਕਿ ਇਹ ਜਿਹੜੀ ਤਾਕਤ ਹੈ ਸਾਡੀ ਦਿੱਤੀ ਗਈ ਹੈ। ਜੇ ਤੁਸੀਂ ਸੱਤਾ ਦੇ ਵਿੱਚ ਹੈਗੇ ਆ ਤਾਂ ਤੁਸੀਂ ਸਾਡੇ ਕਰਕੇ ਤੁਸੀਂ ਕਾਬਜ਼ ਹੋਏ ਹੈਗੇ ਆ, ਤੇ ਉਹਨਾਂ ਨੂੰ ਸੱਤਾ ਤੋਂ ਲਾਉਣ ਦਾ ਵੀ ਅਧਿਕਾਰ ਲੋਕਾਂ ਨੂੰ ਹੈਗਾ ਆ। ਪਰ ਕਾਂਗਰਸ ਦੀ ਵੀ ਚੁੱਪੀ ਸਵਾਲ ਖੜੇ ਕਰਦੀ ਹੈ, ਬਹੁਤ ਸਾਰੀਆਂ ਸਿਆਸੀ ਧਿਰਾਂ ਦੀ ਵੀ ਚੁੱਪੀ ਸਵਾਲ ਖੜੇ ਕਰਦੀ ਹੈ ਇਸ ਮਾਮਲੇ ਦੇ ਵਿੱਚ। ਬਿਆਨ ਤਾਂ ਉਹਨਾਂ ਦੇ ਆ ਰਹੇ ਆ ਪਰ ਉਹ ਵੀ ਮਿੱਠੇ ਬਿਆਨ ਆ ਰਹੇ। ਦੇਖੋ ਹਰੇਕ ਪਾਰਟੀ ਦਾ ਆਪਣਾ ਕੰਮ ਕਰਨੇ ਦਾ ਇੱਕ ਹੁੰਦਾ ਹੈਗਾ ਆ। ਇਹਦੇ ਵਿੱਚ ਕੁਝ ਬਹੁਤ ਜ਼ਿਆਦਾ ਤਾਂ ਮੈਂ ਖੈਰ ਨਹੀਂ ਕਹੂੰਗੀ, ਬਟ ਮੈਂ ਇੱਕ ਔਰਤ ਹੋਣ ਦੇ ਨਾਤੇ ਔਰ ਇੱਕ ਐਡਵੋਕੇਟ ਹੋਣ ਦੇ ਨਾਤੇ ਇਹ ਹੀ ਕਹੂੰਗੀ ਕਿ ਜੋ ਵੀ ਹੋਇਆ ਹੈਗਾ ਆ ਇਹ ਬਹੁਤ ਹੀ ਮੰਦਭਾਗਾ ਹੋਇਆ ਆ ਔਰ ਇੱਕ ਤਰ੍ਹਾਂ ਦਾ ਇਹ ਨੇਸ਼ਨ ਤੇ ਸਟਿਗਮਾ ਲੱਗ ਗਿਆ। ਔਰ ਕਹਿੰਦੇ ਸੀਗੇ ਮੋਦੀ ਨੇ ਵਾਕਈ ਹੀ ਕਿਹਾ ਸੀ ਕਿ ਪਹਿਲੇ ਇੰਡੀਆ ਨੂੰ ਕੋਈ ਜਾਣਦਾ, ਭਾਰਤ ਨੂੰ ਕੋਈ ਜਾਣਦਾ ਹੀ ਨਹੀਂ ਸੀ। ਮੈਂ ਸੱਚੀ ਕਹਿੰਦੀ ਆ ਵਾਕਈ ਭਾਰਤ ਨੂੰ ਕੋਈ ਜਾਣਦਾ ਨਹੀਂ ਸੀ। ਮਨੀਪੁਰ ਦੇ ਇਨਸੀਡੈਂਟ ਤੋਂ ਬਾਅਦ ਵਿੱਚ ਭਾਰਤ ਨੂੰ ਲੋਕ ਜਾਣਨ ਲੱਗ ਪਏ ਕਿ ਹਾਂ ਉੱਥੇ ਔਰਤਾਂ ਤੇ ਕਿਸ ਤਰ੍ਹਾਂ ਦੀ ਤਸ਼ੱਦਦ ਹੋ ਰਹੀ ਹੈਗੀ ਆ ਔਰ ਉੱਥੇ ਔਰਤਾਂ ਤੇ ਜਿਹੜੇ ਹਾਲਾਤ ਹੈਗੇ ਆ ਉਹ ਉੱਥੇ ਕਿਸ ਤਰ੍ਹਾਂ ਦੀਆਂ ਐਟਰੋਸਿਟੀਜ਼ ਹੋ ਰਹੀਆਂ ਆ ਔਰ ਉੱਥੋਂ ਦੇ ਜਿਹੜੇ ਵਰਗ ਹੈਗੇ ਆ ਉਹ ਆਪਣੇ ਆਪ ਨੂੰ ਉੱਪਰ ਚੁੱਕਣ ਦੇ ਲਈ ਉਹ ਔਰਤਾਂ ਦੇ ਨਾਲ ਜਾਂ ਮਾਈਨੋਰਿਟੀ ਵਰਗ ਦੇ ਨਾਲ ਕੀ ਕਰ ਰਹੇ ਹੈਗੇ ਆ। ਜਿਹੜਾ ਤੁਹਾਡਾ ਆਪਣਾ ਸਵਾਲ ਹੈਗਾ ਆ ਪਾਰਟੀ ਲੈਵਲ ਦਾ, ਉਹ ਇਹ ਹੈ ਕਿ ਜੋ ਵੀ ਬਣਦੀ ਕਾਰਵਾਈ ਜਿਸ ਤਰ੍ਹਾਂ ਹੀ ਨੋਟਿਸ ਦੇ ਵਿੱਚ ਆਇਆ ਗਿਆ ਹੈਗਾ ਔਰ ਉਸੇ ਤਰ੍ਹਾਂ ਪ੍ਰੈਸ ਕਾਨਫਰੰਸ ਹੋਈਆਂ ਹੈਗੀਆਂ ਆ ਰੀਸੈਂਟਲੀ ਆਪਣੇ ਜਿੱਥੇ ਵੀ ਸਟੇਟ ਲੈਵਲ ਤੇ ਵੀ ਪ੍ਰੋਟੈਸਟ ਵੀ ਕੀਤੇ ਗਏ ਹੈਗੇ ਆ। ਤੁਸੀਂ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਮਨ ਵੱਲੋਂ ਪ੍ਰੋਟੈਸਟ ਕੀਤੇ ਗਏ ਹੈਗੇ ਆ ਔਰ ਅੱਗੇ ਵੀ ਜੋ ਬਣਦੀ ਕਾਰਵਾਈ ਹੋਏਗੀ ਅਗਰ ਵਿਦਿਨ ਡੇਜ਼ ਜਾਂ ਥੋੜਾ ਟਾਈਮ ਦੇਖਣਾ ਪੈਣਾ ਹੈਗਾ ਆ ਕਿਉਂਕਿ ਸਰਕਾਰ ਨੂੰ ਚਿੰਤਨ ਦੇ ਲਈ ਵੀ ਥੋੜਾ ਟਾਈਮ ਚਾਹੀਦਾ ਹੁੰਦਾ ਆ, ਕੁਝ ਆਪਣਾ ਐਕਟ ਕਰਨੇ ਦੇ ਲਈ ਵੀ। ਉਸ ਤੋਂ ਬਾਅਦ ਵਿੱਚ ਦੇਖਿਆ ਜਾਏਗਾ ਕਿ ਹਾਂ ਕਾਂਗਰਸ ਪਾਰਟੀ ਦੀਆਂ ਕੀ ਨੀਤੀਆਂ ਜਾਂ ਉਹਨਾਂ ਦੇ ਮਨੀਪੁਰ ਦੀਆਂ ਔਰਤਾਂ ਦੇ ਨਾਲ ਖੜੇ ਹੋ ਪੂਰਾ 100% ਖੜੇ ਹੈਗੇ ਆ। ਮਹਿਲਾਵਾਂ ਨੇ ਧਰਨਾ ਲਾਇਆ ਸੀ ਦਿੱਲੀ ਦੇ ਵਿੱਚ ਤਾਂ ਤੁਸੀਂ ਕਿਹਾ ਸੀ ਮੈਂ ਹੀ ਉੱਥੇ ਜਾ ਕੇ ਬੈਠਾਂਗੇ, ਪ੍ਰੈਸ ਕਾਨਫਰੰਸ ਕੀਤੀ, ਬਾਅਦ ਚ ਗਏ ਹੈ ਨਹੀਂ ਤੁਸੀਂ? ਨਹੀਂ ਦੇਖੋ ਉਸ ਤੋਂ ਜਦੋਂ ਇਹ ਗੱਲ ਹੋਈ ਸੀ, ਜਦੋਂ ਤੁਸੀਂ ਇੰਟਰਵਿਊ ਲਈ ਸੀ ਉਸ ਤੋਂ ਕੁਝ ਦਿਨਾਂ ਬਾਅਦ ਹੀ ਤੁਸੀਂ ਨੋਟ ਕੀਤਾ ਹੋਣਾ ਹੈਗਾ ਆ ਆਪਣੇ ਅਮਿਤ ਸ਼ਾਹ ਉਹ ਜਿਹੜੀਆਂ ਲੇਡੀਜ਼ ਹੈਗੀਆਂ ਆ ਆਪਣੇ ਫੋਗਾਟ ਹੁਣੇ ਉਹਨਾਂ ਨੂੰ ਮਿਲਣੇ ਵਾਸਤੇ ਚਲੇ ਗਏ। ਹੁਣ ਉਹ ਕੇਸ ਬੰਦ ਹੈਗਾ ਆ। ਉਹ ਕੇਸ ਕਿਉਂ ਬੰਦ ਹੈ? ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਪਰੈਸ ਕਰਕੇ ਰੱਖੋਗੇ, ਕਿਸੇ ਤੇ
ਇੰਨਾ ਕਿਸੇ ਨੂੰ ਪ੍ਰੈਸ਼ਰਾਈਜ਼ ਕਰੋਗੇ ਤੇ ਉਹਨਾਂ ਨੂੰ ਕੁਝ ਨਾ ਕੁਝ ਇਸ ਤਰ੍ਹਾਂ ਦਾ ਕਰਨਾ ਪਏਗਾ। ਹੁਣ ਜਦੋਂ ਜਿਹੜੀ ਕੰਪਲੇਨੈਂਟ ਹੈਗੀ ਹੈ, ਜਦ ਉਹ ਹੀ ਚੁੱਪ ਹੋ ਗਏ ਹੈਗੇ ਆ, ਤੇ ਉਹਦੇ ਵਿੱਚ ਕੋਈ ਵੀ ਪਾਰਟੀ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੀ ਕਰ ਸਕਦੇ ਹੈਗੇ ਆ, ਜਦੋਂ ਉਹਨਾਂ ਦੇ ਨਾਲ ਅਸੀਂ ਖੜੇ ਹੈਗੇ ਆ, ਹੱਲੇ ਵੀ ਕਹਿੰਦੇ ਆ ਅਸੀਂ ਖੜੇ ਹੈਗੇ ਆ, ਕੋਈ ਇਸ ਤਰ੍ਹਾਂ ਮਨੀਪੁਰ 'ਚ ਵੀ ਇਸ ਤਰ੍ਹਾਂ ਸਰਕਾਰੀ ਤੰਤਰ ਉਹਨਾਂ ਔਰਤਾਂ ਨੂੰ ਚੁੱਪ ਕਰਵਾ ਦੂਗਾ ਆਪਣਾ ਦਬਾਅ ਪਾ ਕੇ? ਦੇਖੋ, ਜੋ ਹੁਣ ਦਾ ਹੋਇਆ ਹੈਗਾ ਆ, ਉਹ ਸੀਗਾ ਇੱਕ ਉਸ ਤਰ੍ਹਾਂ ਦਾ ਇਸ਼ੂ ਜਿਹਦੇ ਵਿੱਚ ਕਿ ਕਿਤੇ ਨਾ ਐਵੀਡੈਂਸ ਇਸ ਤਰ੍ਹਾਂ ਦਾ ਨਹੀਂ ਸੀ ਆ ਰਿਹਾ। ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਚੀਜ਼ ਕ੍ਰੀਏਟ ਕੀਤੀ ਗਈ ਸੀ ਜਿਹਦੇ ਵਿੱਚ ਕਿ ਕਿਤੇ ਇਹ ਕਿ ਨਹੀਂ ਜੀ ਇਸ ਤਰ੍ਹਾਂ ਦੀ ਚੀਜ਼ ਹੋਈ ਹੀ ਨਹੀਂ ਹੈਗੀ, ਰਾਈਟ। ਜਿਹੜਾ ਇਹ ਸੋਸ਼ਲ ਮੀਡੀਆ ਤੇ ਇਹ ਰਿਫਲੈਕਟ ਹੋਇਆ ਔਰ ਇਹ ਇੰਟਰਨੈਸ਼ਨਲ ਲੈਵਲ ਤੇ ਆਇਆ ਹੈਗਾ ਆ, ਇਹਨਾਂ ਚੀਜ਼ਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਹੈਗਾ। ਜਿਹੜੀ ਕਿਤੇ ਇਨ ਰੂਮ ਕਿਤੇ ਗੱਲ ਹੋਈ ਹੈਗੀ ਆ ਜਾਂ ਕਿਤੇ ਉਸ ਤਰ੍ਹਾਂ ਦੀ ਚੀਜ਼ ਜਿੱਥੇ ਐਵੀਡੈਂਸ ਕ੍ਰੀਏਟ ਕਰਨਾ ਕਈ ਵਾਰੀ ਲੇਡੀਜ਼ ਦੇ ਵਾਸਤੇ ਮੁਸ਼ਕਿਲ ਹੋ ਜਾਂਦਾ ਹੈਗਾ ਆ, ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਰਿਜ਼ਲਟ, ਜਿਹੜੇ ਤੁਸੀਂ ਕੇਸ ਦੀ ਪਿਛਲੇ ਦੀ ਗੱਲ ਕਰ ਰਹੇ ਹੋ, ਉੱਥੇ ਇਸ ਤਰ੍ਹਾਂ ਦੇ ਰਿਜ਼ਲਟ ਨੈਚੁਰਲੀ ਜਦੋਂ ਸਰਕਾਰਾਂ ਦਾ ਪ੍ਰੈਸ਼ਰ ਪੈਂਦਾ ਤਾਂ ਨੈਚੁਰਲੀ ਹੁੰਦੇ ਹੀ ਹੈਗੇ ਆ। ਇਹ ਹੀ 2014 ਤੋਂ ਲੈ ਕੇ 23 ਤੱਕ ਹੁੰਦਾ ਆ ਰਿਹਾ ਔਰ ਨੈਕਸਟ ਈਅਰ ਤੱਕ ਪਤਾ ਨਹੀਂ ਹੱਲੇ ਇਸ ਤਰ੍ਹਾਂ ਦੀਆਂ ਕਿੰਨੀਆਂ ਅਣਸੁਖਾਵੀਆਂ ਘਟਨਾ ਲੇਡੀਜ਼ ਦੇ ਨਾਲ ਜਾਂ ਅਲੱਗ-ਅਲੱਗ ਵਰਗਾਂ ਦੇ ਨਾਲ ਹੋਣੀਆਂ ਹੈਗੀਆਂ ਆ। ਪਰ ਕਾਂਗਰਸ ਕਿਹੜਾ ਦੁੱਧ ਧੋਤੀ ਹੈਗੀ, ਉਹਦੇ ਰਾਜ ਵਿੱਚ ਵੀ ਬਹੁਤ ਕੁਝ ਹੋਇਆ। 84 ਦੇ ਦੰਗੇ ਨਾਲ, ਉਦੋਂ 84 ਚ ਕੀ ਕੁਝ ਨਹੀਂ ਕੀਤਾ ਗਿਆ ਔਰਤਾਂ ਦੇ ਨਾਲ। ਦੇਖੋ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਤਕਰੀਬਨ ਇਹ 40 ਸਾਲ ਹੋਣ ਨੂੰ ਹੈਗੇ ਆ ਔਰ ਉਹਨਾਂ ਚੀਜ਼ਾਂ ਦੀ ਭਰਪਾਈ ਜਦੋਂ ਤੁਸੀਂ ਕਰ ਦਿੰਦੇ ਹੋ, ਤੁਸੀਂ ਬਹੁਤ ਕੁਝ ਮੋੜ ਦਿੰਦੇ ਹੋ। ਔਰ ਜਦੋਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਚੱਲ ਜਾਂਦਾ ਹੈ ਕਿ ਹਾਂ ਇਹਨਾਂ ਚੀਜ਼ਾਂ ਨੂੰ ਜਾਂ ਜਿਹੜੀਆਂ ਐਟਰੋਸਿਟੀਜ਼ ਹੋਈਆਂ ਹੈਗੀਆਂ ਆ, ਇਹਨਾਂ ਦਾ ਜਿਹੜਾ ਰਿਜ਼ਲਟ ਹੈ, ਇਹਨਾਂ ਦਾ ਖਾਮਿਆਜ਼ਾ ਬਹੁਤ ਦੂਰ ਤੱਕ ਭੁਗਤਣਾ ਪੈਂਦਾ ਹੈਗਾ ਆ, ਤੇ ਉਹ ਤਾਂ ਵਕਤ ਬੀਤ ਚੁੱਕਿਆ ਆ। ਪਹਿਲੀ ਗੱਲ ਨੰਬਰੇਬਲ, ਬਟ ਇਸ ਤਰ੍ਹਾਂ ਦਾ ਤੁਸੀਂ ਕਦੀ ਇਨਸੀਡੈਂਟ ਅੱਜ ਤੱਕ ਕਦੀ ਸੁਣਿਆ ਸੀ ਜੋ ਮਨੀਪੁਰ ਦੇ ਵਿੱਚ ਜਾਂ 2014 ਤੋਂ ਬਾਅਦ ਵਿੱਚ ਜਿਹੜੇ ਇਨਸੀਡੈਂਟਸ ਹੋਏ ਆ, ਇਸ ਤਰ੍ਹਾਂ ਦੇ ਜਿਹੜੇ ਤਸ਼ੱਦਦ ਵਾਲੇ ਇਨਸੀਡੈਂਟ ਹੈਗੇ ਆ, ਜਿੱਤੇ ਕਹਿ ਲਈਏ ਕਿ ਇੱਕ ਇਸ ਤਰ੍ਹਾਂ ਦਾ ਸਟਿਗਮਾ ਲੱਗ ਜਾਂਦਾ ਹੈਗਾ ਆ, ਕਿਉਂਕਿ ਪਹਿਲਾਂ ਇਸ ਤਰ੍ਹਾਂ ਦੀਆਂ ਚੀਜ਼ਾਂ 84 ਦੇ ਦੰਗਿਆਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ, ਉਸ ਟਾਈਮ ਤੇ ਬਹੁਤ ਥੋੜਾ ਮੀਡੀਆ ਹੁੰਦਾ ਸੀਗਾ। ਉਸ ਟਾਈਮ ਤੇ ਸਿਰਫ ਉਹਨਾਂ ਕੋਲ ਹੁੰਦਾ ਸੀਗਾ ਕਿ ਜਿਹਦੇ ਵਿੱਚ ਸਿਰਫ ਥੋੜੇ ਲਿਮਿਟਿਡ ਟਾਈਮ ਪੀਰੀਅਡ ਦੇ ਲਈ ਦਿਖਾਇਆ ਜਾਂਦਾ ਸੀ ਔਰ ਬਹੁਤ ਸਾਰੇ ਫੈਕਟਸ ਨਹੀਂ ਸੀ ਆਉਂਦੇ। ਉਹਨਾਂ ਚੀਜ਼ਾਂ ਦੇ ਨਾਲ ਅਸੀਂ ਹੁਣ ਵੀ ਸਿੰਪਥੀ ਰੱਖਦੇ ਹਾਂ, ਐਮਪਥੀ ਰੱਖਦੇ ਹੈਗੇ ਆ, ਬਟ ਜੋ ਹੁਣ ਦਾ ਟਾਈਮ ਹੈਗਾ ਆ, ਅਸੀਂ ਹੁਣ ਦੇ ਟਾਈਮ ਨੂੰ ਦੇਖਣਾ ਆ ਕਿ ਐਟ ਪ੍ਰੈਜ਼ੈਂਟ ਕੋਈ ਵੀ ਗਵਰਨਮੈਂਟ ਹੋਵੇ, ਰਾਈਟ, ਉਹ ਕੀ ਕਰ ਰਹੀ ਹੈਗੀ ਹੈ। ਉਸ ਗਵਰਨਮੈਂਟ ਨੇ ਹੱਲੇ ਤੱਕ ਲੀਗਲ ਐਕਸ਼ਨ ਉਹਨਾਂ ਤੇ ਕੀ ਲਿਆ ਹੈਗਾ ਆ, ਕਿ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਹੈਗੀ ਆ ਜਾਂ ਉਹਨਾਂ ਨੇ ਨਹੀਂ ਕੀਤੀ ਹੈਗੀ। ਗੱਲ ਇਹ ਹੈ ਹੁਣ ਤੱਕ ਦੀ ਬਣਦੀ। ਫਿਰ ਮਹਿਲਾ ਕਮਿਸ਼ਨ ਕਿੱਥੇ ਹੈਗਾ, ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਹੈਗਾ, ਨਿਆਂਪਾਲਿਕਾ ਕਿੱਥੇ ਹੈਗੀ ਆ? ਉਹ ਤਾਂ ਤੁਸੀਂ ਦੇਖ ਹੀ ਲਿਆ ਹੈਗਾ। ਮਹਿਲਾ ਕਮਿਸ਼ਨ ਹੈ, ਜਿਹੜਾ ਹਿਊਮਨ ਰਾਈਟ ਕਮਿਸ਼ਨ ਹੈ, ਇਹ ਕਿੱਥੇ ਆ, ਕਿਹਨਾਂ ਦੇ ਹੈਗੇ ਇਹ ਕਮਿਸ਼ਨ? ਚਾਹੇ ਹੀ ਇਹ ਜੋ ਮਰਜ਼ੀ ਅਸੀਂ ਕਹਿ ਲਈਏ, ਇਹ ਮਹਿਲਾ ਕਮਿਸ਼ਨ ਦੀਆਂ ਕੁਰਸੀਆਂ ਦੇ ਉੱਪਰ ਤਾਂ ਔਰਤਾਂ ਹੀ ਬੈਠੀਆਂ, ਕਿ ਉਹਨਾਂ ਨੂੰ ਦਰਦ ਨਹੀਂ ਹੈਗਾ ਮਨੀਪੁਰ ਦੀਆਂ ਔਰਤਾਂ ਨਾਲ? ਇਹੀ ਤਾਂ ਸਵਾਲ ਅਸੀਂ ਕਰਨਾ ਚਾਹੁੰਦੇ ਹੈਗੇ ਆ ਸਰਕਾਰ ਤੋਂ। ਅਗਰ ਸਰਕਾਰ ਨੂੰ ਇੰਨੀ ਜ਼ਿਆਦਾ ਉਹ ਵਾਲੀਆਂ ਲੇਡੀਜ਼ ਦੇ ਨਾਲ, ਟ੍ਰਾਈਬਲ ਲੇਡੀਜ਼ ਦੇ ਨਾਲ ਉਹਨਾਂ ਨੂੰ ਅਗਰ ਐਮਥੀ ਹੁੰਦੀ, ਤਾਂ ਕੀ ਸਰਕਾਰ ਹੱਲੇ ਤੱਕ ਮੋਦੀ ਕਦੀ ਅਮਰੀਕਾ ਘੁੰਮ ਰਿਹਾ, ਕਦੀ ਕਿਤੇ ਹੋਰ ਘੁੰਮ ਰਿਹਾ ਹੈਗਾ, ਕਿ ਉਹਦਾ ਬਣਦਾ ਨਹੀਂ ਸੀ ਉੱਥੇ ਜਾਣ ਦਾ, ਉਹਨਾਂ ਫੈਮਲੀਜ਼ ਨੂੰ ਮਿਲਣੇ ਦਾ? ਕਿੰਨੀ ਦੇਰ ਤੋਂ, ਤਕਰੀਬਨ 3 ਮਹੀਨੇ ਦੇ ਕਰੀਬ ਹੋ ਚੁੱਕਿਆ ਹੈਗਾ ਆ ਕਿ ਮਨੀਪੁਰ ਜਿਹੜਾ ਉਹ ਵਾਕਈ ਦੇ ਵਿੱਚ ਜਲ ਰਿਹਾ ਹੈਗਾ ਨੰਬਰੇਬਲੀ। ਸਿਰਫ ਪਤਾ ਨਹੀਂ ਆਮ ਲੋਕਾਂ ਨੂੰ ਲੱਗ ਰਿਹਾ ਹੈਗਾ ਕਿ ਉੱਥੇ ਦੀ ਜਿਹੜੀਆਂ ਇਸ ਤਰ੍ਹਾਂ ਦੀਆਂ ਨੰਬਰੇਬਲ ਜਿਹੜੀਆਂ ਇਵੈਂਟਸ ਹੋ ਚੁੱਕੀਆਂ ਹੈਗੀਆਂ ਆ, ਕਿੰਨੇ ਲੋਕ ਮਾਰੇ ਜਾ ਚੁੱਕੇ ਆ, ਉਹਨਾਂ ਦੇ ਹੀ ਜਿਹੜੀਆਂ ਲੇਡੀਜ਼ ਦੇ ਨਾਲ ਇਹ ਕੁਝ ਹੋਇਆ ਹੈਗਾ ਆ, ਉਹਨਾਂ ਦੇ ਹੀ ਫੈਮਿਲੀ ਮੈਂਬਰਸ ਨੂੰ ਮਾਰਿਆ ਗਿਆ ਹੈਗਾ ਆ। ਸੈਕੰਡਲੀ ਇਹ ਕਿ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਟ੍ਰਾਈਬਲ ਔਮਨ ਹੈਗੀ ਹੈ, ਉਹਦੇ ਹਸਬੈਂਡ ਜਿਹੜਾ ਹੈਗਾ ਆ, ਉਹ ਕਾਰਗਿਲ ਵਾਰ ਦੇ ਵਿੱਚ ਉਹ ਉੱਥੇ ਸੀ, ਠੀਕ ਹੈ। ਉਹਨਾਂ ਦੇ ਬਿਆਨ, ਉਸ ਜਿਹੜੇ ਫੌਜੀ ਦੇ ਬਿਆਨ ਇਹ ਆ ਰਹੇ, ਉਸ ਲੇਡੀ ਦੇ ਹਸਬੈਂਡ ਦੇ ਬਿਆਨ ਇਹ ਆ ਰਹੇ ਹੈਗੇ ਆ ਕਿ ਮੈਂ LOC ਤੇ ਤਾਂ ਮੈਂ ਜਾ ਕੇ ਆਪਣਾ ਜਿਹੜਾ ਫਰਜ਼ ਉਹ ਨਿਭਾ ਸਕਿਆ, ਆਪਣੇ ਦੇਸ਼ ਨੂੰ ਤਾਂ ਮੈਂ ਬਚਾ ਸਕਿਆ, ਬਟ ਮੈਂ ਆਪਣੀ ਵਾਈਫ ਦੀ ਇੱਜ਼ਤ ਨੂੰ ਨਹੀਂ ਬਚਾ ਸਕਿਆ।
ਸੋ ਸਰਕਾਰਾਂ ਟੋਟਲ ਫੇਲਿਅਰ ਹੈ। ਜਿਹੜੀ ਇਹ ਡਬਲ ਇੰਜਨ ਸਰਕਾਰ ਹੈਗੀ ਹੈ, ਇਹ ਡਬਲ ਹੀ ਫੇਲ ਹੈ। ਇੱਕ ਤਾਂ ਹੁੰਦਾ 100%, ਇਹ 1000% ਇਹ ਫੇਲਿਅਰ ਹੈਗੀ ਹੈ। ਔਰ ਅਗਰ ਇਹਨਾਂ ਤੋਂ ਨਹੀਂ ਚੱਲ ਰਿਹਾ ਹੈਗਾ, ਦੇਖਣ ਦੇ ਵਿੱਚ ਇਹ ਹੀ ਮਿਲ ਰਿਹਾ ਹੈਗਾ, ਇਹਨਾਂ 9 ਸਾਲਾਂ ਦੇ ਵਿੱਚ ਇਕਨੋਮੀ ਕੋਲੈਪਸ ਹੋ ਚੁੱਕੀ ਹੈਗੀ ਆ, ਸੋਸ਼ਲ ਸਿਸਟਮ ਕੋਲੈਪਸ ਹੋ ਚੁੱਕਿਆ ਹੈਗਾ ਆ, ਕਨਸਟੀਟਿਊਸ਼ਨ ਨੂੰ ਪੂਰੀ ਤਰ੍ਹਾਂ ਖਤਰਾ ਹੈਗਾ ਆ, ਪਾਰਲੀਮੈਂਟ ਨੂੰ ਕਿੱਥੇ ਖਤਰਾ ਹੈ। ਸਵਾਲ ਤਾਂ ਇਹ ਖੜਾ ਹੁੰਦਾ ਕਿ ਮਨੀਪੁਰ ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਉਹਨਾਂ ਔਰਤਾਂ ਨੇ ਹੀ ਵੋਟਾਂ ਪਾਈਆਂ ਹੋਣਗੀਆਂ ਬੀਜੇਪੀ ਨੂੰ, ਜਿਹੜੀ ਸਰਕਾਰ ਬਣੀ ਉਹਨਾਂ ਦੀ। ਇਹ ਵੀ ਤੁਹਾਡਾ ਕੁਐਸਚਨ ਬੜੀ ਕੰਟਰੋਵਰਸੀ ਕ੍ਰੀਏਟ ਕਰਦਾ ਆ, ਕਿਉਂਕਿ ਅਸੀਂ ਈਵੀਐਮ ਦੇ ਅਗੇਂਸਟ ਵੀ ਬੋਲਦੇ ਹੈਗੇ ਆ। ਅਗਰ ਈਵੀਐਮ ਅੱਜ ਖਤਮ ਕਰ ਦਿੱਤੀ ਜਾਵੇ, ਨੰਬਰੇਬਲ ਪਟੀਸ਼ਨਸ ਪਈਆਂ ਹੋਈਆਂ ਹੈਗੀਆਂ ਆ, ਇਹਨਾਂ ਦੇ ਹੀ ਬੀਜੇਪੀ ਲੀਡਰ ਜਿਹੜਾ ਹੈਗਾ ਆ ਰਾਮਾ ਸਵਾਮੀ, ਉਹਨੇ ਪਾਈ ਸੀ ਪਹਿਲੇ, ਆਪਣੇ ਬੀਜੇਪੀ ਦੇ ਲੀਡਰ ਨੇ ਹੀ, ਉਹਨਾਂ ਨੇ ਹੀ ਪਾਇਆ ਸੀ ਕਿ ਜਿਹੜੀ ਇਹ ਈਵੀਐਮ ਸਿਸਟਮ ਹੈ ਇਹ ਖਤਮ ਕੀਤਾ ਜਾਣਾ ਚਾਹੀਦਾ ਆ। ਅੱਜ ਉਹ ਹੀ ਈਵੀਐਮ ਸਿਸਟਮ ਦੇ ਕਰਕੇ ਰਾਜ ਕਰ ਰਹੇ ਹੈਗੇ ਆ, ਕਿਉਂਕਿ 5 ਸਾਲ ਦੇ ਵਿੱਚ ਆਲਮੋਸਟ ਸਰਕਾਰਾਂ ਨੂੰ ਲੋਕ ਭਾਂਫ ਲੈਂਦੇ ਹੈਗੇ ਆ ਕਿ ਇਹ ਕਿੰਨੇ ਕੁ ਚੱਲ ਸਕਦੀਆਂ ਹੈਗੀਆਂ ਆ। ਤੁਸੀਂ ਦੇਖਿਆ ਹੋਏਗਾ ਕਿ ਬਹੁਤ ਸਾਰੇ ਨੰਬਰੇਬਲ ਬੂਥਸ ਤੇ ਇਸ ਤਰ੍ਹਾਂ ਹੁੰਦਾ ਹੈਗਾ ਆ ਕਿ ਜਿੰਨੀ VOTING ਪੋਲ ਹੁੰਦੀ ਹੈਗੀ ਹੈ ਐਕਚੁਅਲ ਦੇ ਵਿੱਚ, ਉਹ ਤੋਂ ਵੱਧ ਵੋਟਾਂ ਨਿਕਲਦੀਆਂ ਹੈਗੀਆਂ ਆ। ਤੁਹਾਡਾ ਫੋਨ, ਤੁਹਾਡਾ ਮਾਈਕ ਹੈ ਜਾਂ ਮੇਰਾ ਫੋਨ ਹੈ ਜਾਂ ਕੋਈ ਕੈਮਰਾ ਹੈਗਾ ਆ, ਇਹ ਵੀ ਕਈ ਵਾਰੀ ਜਿਹੜਾ ਸਿਸਟਮ ਹੈਗਾ ਇਹ ਵੀ ਖਰਾਬ ਹੋ ਜਾਂਦਾ ਹੈਗਾ ਆ। ਇਹ ਸਾਰੀ ਇਹਨਾਂ ਦੀ ਮੈਨੂਪੂਲੇਸ਼ਨ ਹੈਗੀ ਹੈ ਬੀਜੇਪੀ ਗਵਰਨਮੈਂਟ ਦੀ, ਔਰ ਜਿਹੜਾ ਇਹ ਈਵੀਐਮ ਦੇ ਸਿਸਟਮ ਦੇ ਥਰੂ ਹੀ ਆ ਰਹੇ ਆ। ਵਰਨਾ ਇਹ 2019 ਤੱਕ ਤਾਂ ਰਾਜ ਕਰ ਗਏ ਹੈਗੇ ਆ, ਬਟ 2019 ਤੋਂ ਇਹਨਾਂ ਨੇ ਹੁਣ ਤੱਕ ਰਾਜ ਨਹੀਂ ਕਰਨਾ ਸੀ ਜੇ ਈਵੀਐਮ ਖਤਮ ਹੋ ਜਾਂਦੀ। ਹੁਣ 24 ਦੇ ਵਿੱਚ ਜੇ ਈਵੀਐਮ ਖਤਮ ਹੋ ਜਾਂਦੀ ਹੈਗੀ ਹੈ ਤਾਂ ਤੁਸੀਂ ਆਪਣੇ ਆਪ ਹੀ ਦੇਖ ਲਈਓ ਕਿ ਕਿੰਨੀਆਂ ਕੁ ਵੋਟਾਂ ਜਾਂ ਕਿੰਨੀਆਂ ਕਿ ਇਹ ਸੀਟਸ, ਪਾਰਲੀਮੈਂਟਰੀ ਸੀਟਸ ਜਿੱਤਦੇ ਹੈਗੇ ਆ। ਕਿਉਂਕਿ ਐਕਚੁਅਲ ਦੇ ਵਿੱਚ ਤੁਸੀਂ ਨੋਟ ਕੀਤਾ ਹੋਵੇਗਾ, ਇਹ ਹੱਲੇ ਵੀ ਜਿਹੜਾ ਕੋਐਲੀਸ਼ਨ ਦੇ ਵਿੱਚ ਤਾਂ ਆ ਜਾਂਦੇ ਅਲੱਗ-ਅਲੱਗ ਸਰਕਾਰਾਂ ਦੇ ਨਾਲ ਲੈ ਕੇ, ਬਟ ਇਹ ਟੋਟਲੀ ਇਹਨਾਂ ਦਾ ਕਿਤੇ ਵੀ ਕੁਝ ਇਸ ਤਰ੍ਹਾਂ ਦਾ ਨਹੀਂ ਹੈ। ਤੁਸੀਂ ਪੰਜਾਬ ਦੇ ਵਿੱਚ ਦੇਖ ਲਓ, ਸਿਰਫ 3 ਸੀਟਾਂ ਹੈਗੀਆਂ। ਜਿੱਦਾਂ ਤੁਸੀਂ ਮਨੀਪੁਰ ਦੀ ਗੱਲ ਕੀਤੀ, ਇਸ ਤਰ੍ਹਾਂ ਦੇ ਘਟਨਾਕ੍ਰਮ ਅੱਗੇ ਵੀ ਹੁੰਦੇ ਆ ਤੇ ਭਵਿੱਖ ਵਿੱਚ ਵੀ ਸ਼ਾਇਦ ਹੁੰਦੇ ਰਹਿਣ। 2-4 ਦਿਨ ਬਿਆਨ ਆਉਣਗੇ ਸਿਆਸੀ ਲੀਡਰਾਂ ਦੇ, ਸਮਾਜ ਸੇਵੀ ਜਥੇਬੰਦੀਆਂ ਦੇ, ਜਾਂ ਜਿਹੜੀਆਂ ਔਰਤਾਂ ਨੂੰ ਨੁਮਾਇੰਦਗੀ ਕਰਦੀਆਂ ਉਹਨਾਂ ਜਥੇਬੰਦੀਆਂ ਦੇ। ਉਸ ਤੋਂ ਬਾਅਦ ਨਾ ਕਿਸੇ ਨੇ ਬਿਆਨ ਦੇਣਾ, ਨਾ ਕਿਸੇ ਨੇ ਗੱਲ ਕਰਨੀ। ਜਿਹੜੀਆਂ ਔਰਤਾਂ ਤੇ ਤਸ਼ੱਦਦ ਹੋਇਆ ਉਹਨਾਂ ਨੇ ਸਾਰੀ ਉਮਰ ਇਹਦਾ ਜਿਹੜਾ ਦਰਦ ਆ ਝੱਲਣਾ ਹੈਗਾ ਵਾ। ਤਾਂ ਇਹ ਘਟਨਾਕ੍ਰਮ ਹੁੰਦੇ ਰਹਿੰਦੇ, ਬਿਆਨਬਾਜ਼ੀਆਂ ਹੁੰਦੀਆਂ ਰਹਿੰਦੀਆਂ, ਸੁਧਾਰ ਕਿਉਂ ਨਹੀਂ ਹੁੰਦਾ? ਸੁਧਾਰ ਦੇਖੋ, ਜਦੋਂ ਵੀ ਲਿਆਉਂਦੀਆਂ ਸਰਕਾਰਾਂ, ਸੁਧਾਰ ਕਿੰਨਾਂ ਚੀਜ਼ਾਂ ਦੇ ਨਾਲ ਆਂਦਾ ਹੈ। ਇਹ ਜਿਹੜਾ ਸੁਧਾਰ ਆਂਦਾ ਹੈਗਾ ਆ, ਇਹ ਲਾਅ ਇੰਪਲੀਮੈਂਟ ਕਰਨੇ ਦੇ ਨਾਲ ਆਂਦਾ। ਔਰ ਲਾਅ ਨੂੰ ਕੌਣ ਇੰਪਲੀਮੈਂਟ ਕਰਦਾ ਹੈਗਾ? ਸਰਕਾਰ ਇੰਪਲੀਮੈਂਟ ਕਰਵਾਉਂਦੀ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਥਰੂ। ਤੇ ਜਿੱਥੇ ਸਰਕਾਰ ਹੀ ਆਪ ਚੋਰ ਹੈਗੀ ਹੈ ਤੇ ਸਰਕਾਰ ਨੇ ਉੱਥੇ ਲਾਅ ਕੀ ਇੰਪਲੀਮੈਂਟ ਕਰਨਾ ਹੈਗਾ ਆ। ਤੁਹਾਨੂੰ ਅਗਰ ਤੁਸੀਂ ਦੇਖੋ, ਪੜ੍ਹੋ, ਤੇ ਭਾਰਤ ਦਾ ਸੰਵਿਧਾਨ ਸਭ ਤੋਂ ਬਿਹਤਰ ਸੰਵਿਧਾਨ ਇੰਟਰਨੈਸ਼ਨਲ ਲੈਵਲ ਤੇ ਮੰਨਿਆ ਗਿਆ ਹੈਗਾ ਆ, ਪਰ ਉਹਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਹੈਗਾ ਆ ਕਿ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੈਗੀਆਂ ਆ। ਸੋ ਜਿਹੜਾ ਤੁਹਾਡਾ ਸਵਾਲ ਹੈਗਾ ਆ, ਇਹ ਵੀ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਆ ਕਿ ਹਾਂ, ਨੰਬਰੇਬਲ ਹੁੰਦੇ ਰਹਿੰਦੇ ਹੈਗੇ ਆ। ਇਹ ਕਿਉਂ ਹੁੰਦੇ ਹੈਗੇ ਆ? ਇਹ ਕੌਣ ਕਰਵਾਉਂਦਾ ਹੈਗਾ ਆ? ਇਸ ਤਰ੍ਹਾਂ ਦੀਆਂ ਇਨਸੀਡੈਂਟਸ ਕੌਣ ਕਰਵਾਉਂਦਾ ਹੈਗਾ? ਔਰ ਜਿਹੜੇ ਕਰਵਾਉਂਦੇ ਆ, ਜੇ ਕੋਈ ਕਰਵਾਉਂਦਾ ਹੈਗਾ ਆ ਤੇ ਉਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਇੰਨੀ ਢਿੱਲੀ ਕਿਉਂ ਕਿ ਕੋਈ ਹੋਰ ਜਿਹੜਾ ਦੇਖ ਕੇ ਉਹਦੇ ਮਨ ਦੇ ਵਿੱਚ ਇਹ ਖੌਫ ਕਿਉਂ ਨਹੀਂ ਆਉਂਦਾ ਹੈਗਾ? ਅਗਰ ਤੁਸੀਂ ਇਨਸਟੈਂਟ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਹੈਗੇ, ਉਹਨਾਂ ਨੂੰ ਇਨਸਟੈਂਟਲੀ ਤੁਸੀਂ ਹੈਂਗ ਨਹੀਂ ਕਰਦੇ ਹੈਗੇ, ਤਾਂ ਜਿਹੜੀ ਬਣਦੀ ਤੁਸੀਂ ਕਾਰਵਾਈ ਨਹੀਂ ਉਹਨਾਂ ਤੇ ਕਰਦੇ ਹੈਗੇ, ਤਾਂ ਨੈਚੁਰਲੀ ਇਸ ਤਰ੍ਹਾਂ ਦੇ ਇਨਸੀਡੈਂਟਸ ਜਿਹੜੇ ਹੈਗੇ ਆ ਉਹ ਹੁੰਦੇ ਹੀ ਰਹਿਣੇ ਹੈਗੇ ਆ। ਕਿਉਂਕਿ ਲੋਕਾਂ ਦੇ ਅੰਡਰ ਇਹ ਸਰਕਾਰਾਂ ਨੇ ਡਰ ਖਤਮ ਕੀਤਾ ਹੋਇਆ ਹੈਗਾ ਆ, ਕਾਨੂੰਨ ਦਾ ਡਰ ਖਤਮ ਕੀਤਾ ਹੋਇਆ ਹੈਗਾ। ਕਿਉਂਕਿ ਇਹ ਜਿਹੜਾ ਆਪਣਾ ਹਿੰਦੂਤਵ ਦਾ ਏਜੰਡਾ ਲੈ ਕੇ ਆਉਣਾ ਚਾਹੁੰਦੇ ਹੈਗੇ ਆ, ਔਰ ਹਿੰਦੂਤਵ ਦਾ ਏਜੰਡਾ ਜਿਹੜਾ ਆ ਉਹ ਸ਼ੁਰੂ ਤੋਂ ਹੀ ਇਹ ਰਿਹਾ ਹੈਗਾ ਆ ਕਿ ਆਪ ਰਾਜ ਕਰੋ, ਔਰ ਜਿਹੜੀਆਂ ਮਾਈਨੋਰਿਟੀਜ਼ ਹੈਗੀਆਂ ਆ ਜਾਂ ਜਿਹੜੇ ਉਸ ਤਰ੍ਹਾਂ ਦੇ ਓਪਰੈਸਡ ਕਲਾਸ ਹੈਗੀ ਆ, ਉਹਨਾਂ ਨੂੰ ਪੂਰੀ ਤਰ੍ਹਾਂ ਡਰਾ ਕੇ, ਧਮਕਾ ਕੇ ਇਹਨਾਂ ਚੀਜ਼ਾਂ ਦੇ ਥਰੂ ਹੀ ਰੱਖਿਆ ਜਾਂਦਾ ਹੈਗਾ ਆ। ਜਿਹੜੇ ਆਪਣੇ ਅਲੱਗ-ਅਲੱਗ ਕਮਿਸ਼ਨ ਹੈਗੇ ਆ, ਉਹਨਾਂ ਦੇ ਕੋਲ ਵੀ ਇਸ ਤਰ੍ਹਾਂ ਦੀਆਂ ਨੰਬਰੇਬਲ, ਉਹਨਾਂ ਦੇ ਵਾਸਤੇ ਵੀ ਇਹ ਸਿਰਫ ਇੱਕ ਸਟੋਰੀ ਰਹਿ ਜਾਂਦੀ ਹੈਗੀ ਹੈ ਕਿ ਹਾਂ, ਕਹਾਣੀ ਆਈ, ਦੇਖੀ, ਅਸੀਂ ਸੁਣੀ, ਉਹਨੂੰ ਉੱਤੇ ਸਿਰਫ ਆਪਣੇ ਬਿਆਨ ਦਿੱਤੇ ਔਰ ਉਹ ਚੀਜ਼ ਨੂੰ ਖਤਮ ਕਰ ਦਿੱਤਾ। ਬਟ ਵਾਕਈ ਦੇ ਵਿੱਚ ਇਹ ਸਿਰਫ ਭੋਗਣਾ ਉਹਨਾਂ ਨੂੰ ਪੈਂਦਾ
ਜਿਨ੍ਹਾਂ ਤੇ ਇਹ ਤਸ਼ੱਦਦ ਹੁੰਦੀ ਹੈਗੀ ਆ। ਤੇ ਇੱਥੇ ਆਪਣੇ ਨੌਜਵਾਨ ਲੜਕੀਆਂ ਵੀ ਹੈਗੀਆਂ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਮੈਮ ਕੀ ਨਾਂ ਤੁਹਾਡਾ ਜੀ? ਮਨੀਸ਼ਾ ਮੇਰਾ ਨਾਮ। ਹਾਂ ਮਨੀਸ਼ਾ ਜੀ, ਇਹ ਜਿਹੜਾ ਘਟਨਾਕ੍ਰਮ ਹੋਇਆ ਮਨੀਪੁਰ ਦੇ ਵਿੱਚ, ਤੁਸੀਂ ਹਲੇ ਯੰਗ ਏਜ ਚੋਂ ਕੀ ਸੋਚਦੇ ਹੋ? ਇੱਕ ਔਰਤ ਦੇ ਉੱਪਰ, ਇੱਕ ਤੁਸੀਂ ਹਜੇ ਜਵਾਨ ਹੋ, ਕੀ ਤੁਹਾਡੇ ਤੇ ਅਸਰ ਪਿਆ ਇਸ ਪੂਰੇ ਘਟਨਾਕ੍ਰਮ ਦਾ? ਦੇਖੋ, ਮਨੀਪੁਰ ਦੀ ਜਿਹੜੀ ਘਟਨਾ ਘਟੀ ਹੈ ਬਹੁਤ ਜ਼ਿਆਦਾ ਸ਼ਰਮਿੰਦਗੀ ਵਾਲੀ ਹੈਗੀ ਹੈ। ਇਸ ਕਰਕੇ ਸਾਨੂੰ ਬਹੁਤ ਦੁੱਖ ਹੋਇਆ, ਫੀਲ ਹੋਇਆ ਕਿ ਅਸੀਂ ਬੱਚੇ ਹੈਗੇ ਆ, ਪੜ੍ਹੇ ਲਿਖੇ ਵਾਲੇ ਸਟੂਡੈਂਟ ਆ, ਔਰ ਅਸੀਂ ਪੜ੍ਹ ਵੀ ਰਹੇ ਆ, ਔਰ ਇਹ ਘਟਨਾ 'ਚ ਸਾਰਿਆਂ ਨੇ ਸਾਨੂੰ ਸ਼ਰਮ ਕਰ ਦਿੱਤਾ ਗਿਆ। ਇਸ ਕਰਕੇ ਮੈਂ ਸਰਕਾਰ ਨੂੰ ਇਹ ਮੰਗ ਕਰਦੀ ਹਾਂ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਲੈ ਸਕਦੀ, ਫਿਰ ਅਸੀਂ ਐਕਸ਼ਨ ਲਵਾਂਗੇ। ਤੇ ਜਿਨ੍ਹਾਂ ਨੇ ਵੀ ਉਹਦੇ ਨਾਲ ਵਿਰੋਧ ਕੀਤਾ, ਜਿਨ੍ਹਾਂ ਦੀ ਉਹ ਬੰਦੀ ਕਾਰਵਾਈ ਕਰਨੀ ਚਾਹੀਦੀ ਆ, ਔਰ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਤਾਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਹੁੰਦੀਆਂ ਮੁਲਕ, ਤਾਂ ਤੁਹਾਡੇ ਮਨ ਤੇ ਵੀ ਇਹਦਾ ਵਿਪਰੀਤ ਅਸਰ ਪੈਂਦਾ? ਬਹੁਤ ਭੈੜਾ ਅਸਰ ਪੈਂਦਾ ਇਹਦੇ ਬੇਸ ਤੇ। ਮੈਂ ਕਹੂੰਗੀ ਕਿ ਦੇਖੋ, ਅੱਜ ਉੱਥੇ ਮਨੀਪੁਰ 'ਚ ਹੋ ਸਕਦਾ, ਕੱਲ ਪੰਜਾਬ 'ਚ ਵੀ ਹੋ ਸਕਦਾ, ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ, ਸਾਡੀ ਭੈਣਾਂ ਨਾਲ ਵੀ ਹੋ ਸਕਦਾ। ਇਸ ਕਰਕੇ ਇਸ ਚੀਜ਼ ਨੂੰ ਜਿੰਨਾ ਕੁ ਉੱਚਾ ਲੈ ਕੇ ਜਾਏ, ਜਿੰਨੀ ਕਿ ਇਹਦੇ ਲਈ ਆਵਾਜ਼ ਚੱਕੀ ਜਾਏਗੀ, ਉਹ ਵੀ ਘੱਟ ਆ। ਠੀਕ ਹੈ, ਤੁਹਾਡਾ ਕੀ ਨਾਮ ਜੀ? ਜਸਲੀਨ। ਹਾਂ ਜਸਲੀਨ ਜੀ, ਤੁਸੀਂ ਕੀ ਇਸ ਪੂਰੇ ਘਟਨਾਕ੍ਰਮ ਦੇ ਉੱਪਰ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ। ਦੇਖੋ, ਆ ਘਟਨਾ ਨੇ ਨਾ ਬਹੁਤ ਜ਼ਿਆਦਾ ਦਿਲ ਤੋਂ ਹਿਲਾ ਦਿੱਤਾ ਵਾ। ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਕਿ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ, ਕਿਉਂਕਿ ਅਸੀਂ ਦਲਿਤ ਵਾ, ਕਿਉਂਕਿ ਦਲਿਤਾਂ ਨਾਲ ਪਹਿਲਾਂ ਤੋਂ ਇਦਾਂ ਦਾ ਹੋ ਰਿਹਾ ਵਾ। ਤੇ ਨਾਲੇ ਉਹ ਬਹੁਤ ਛੋਟੀ ਕਾਸਟ ਤੋਂ ਬਿਲੋਂਗ ਕਰਦੇ ਸੀਗੇ, ਤੇ ਉਹ ਗਰਲਸ ਨਾਲ ਇਦਾਂ ਹੋਇਆ। ਜੇ ਕੱਲ ਨੂੰ ਸਾਡੇ ਨਾਲ ਵੀ ਇਦਾਂ ਹੋ ਸਕਦਾ, ਸਾਡੀਆਂ ਭੈਣਾਂ ਨਾਲ ਇਦਾਂ ਹੋ ਸਕਦਾ। ਤਾਂ ਮੈਂ ਇਹ ਚਾਹੁੰਦੀ ਹਾਂ ਕਿ ਮੋਦੀ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਵਾ, ਤੇ ਉਹਨਾਂ ਨੂੰ ਮੁੱਖ ਮੰਤਰੀ ਨੂੰ ਉਹਦੇ ਪੋਸਟ ਤੋਂ ਹਟਾਉਣਾ ਚਾਹੀਦਾ ਵਾ, ਤਾਂ ਜੋ ਨਾਲੇ ਸਾਰੀ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਸ ਦੇ ਖਿਲਾਫ, ਤਾਂ ਜੋ ਕੁੜੀਆਂ ਆਪਣੇ ਵਰਕ ਕਰ ਸਕੇ। ਸੋ ਸਾਫ਼ ਤੌਰ ਤੇ ਜਿਹੜੀਆਂ ਔਰਤਾਂ ਨੇ, ਚਾਹੇ ਉਹ ਵਡੇਰੀ ਉਮਰ ਦੀਆਂ ਹੋਣ ਜਾਂ ਛੋਟੀ ਉਮਰ ਦੀਆਂ, ਉਹਨਾਂ ਦਾ ਸਾਫ਼ ਤੌਰ ਤੇ ਇਸ ਪੂਰੇ ਘਟਨਾਕ੍ਰਮ ਦੇ ਉੱਪਰ ਜਿਹੜਾ ਗੁੱਸਾ ਝਲਕ ਰਿਹਾ, ਔਰ ਖਾਸ ਕਰਕੇ ਆ ਜਿਹੜਾ ਨਿਸ਼ਾਨਾ ਆ ਉਹ ਉੱਥੋਂ ਦੀ ਸੱਤਾਧਾਰੀ ਜਿਹੜੀ ਪਾਰਟੀ ਹੈਗੀ ਆ, ਭਾਰਤੀ ਜਨਤਾ ਪਾਰਟੀ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਬਿੰਨਿਆ ਜਾ ਰਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ, ਜਿਹੜੀ ਮਨੀਪੁਰ ਦੀ ਕਾਨੂੰਨ ਵਿਵਸਥਾ, ਉਸ ਨੂੰ ਸੰਭਾਲ ਨਹੀਂ ਸਕੇ। ਤੇ ਉਹਨਾਂ ਦੇ ਰਾਜ ਦੇ ਵਿੱਚ ਜੋ ਔਰਤ ਦੇ ਉੱਪਰ ਅਤਿਆਚਾਰ ਹੋਇਆ, ਉਹ ਜਿਹੜਾ ਨਾ ਸਹਿਣਯੋਗ ਹੋ ਗਿਆ, ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਔਰਤ ਨੂੰ ਦੇਵੀ ਮੰਨਿਆ ਜਾਂਦਾ ਹੈ। ਤੇ ਜੇ ਦੇਵੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਕਰੋਗੇ, ਜੇ ਇੱਕ ਮਾਂ ਦੇ ਨਾਲ ਇਸੇ ਤਰ੍ਹਾਂ ਕਰੋਗੇ, ਇੱਕ ਧੀ ਦੇ ਨਾਲ, ਇੱਕ ਭੈਣ ਦੇ ਨਾਲ ਇਸੇ ਤਰ੍ਹਾਂ ਕਹੋਗੇ, ਤਾਂ ਫਿਰ ਤੁਹਾਡੀ ਸ਼ਲਾਘਾ ਨਹੀਂ ਹੋਣੀ, ਫਿਰ ਤੁਹਾਡੇ ਉੱਪਰ ਜਿਹੜੇ ਲੋਕ ਹੈ ਉਹ ਸਵਾਲ ਹੀ ਖੜੇ ਕਰਨਗੇ। ਕੈਮਰਾਮੈਨ ਜਸਵਿੰਦਰ ਦੇ ਨਾਲ ਇੰਦਰਜੀਤ ਸਿੰਘ ਚਾਲ, NRI TV ਜਲੰਧਰ।